साडी सुनी कदे ना किसे अपील दलील साडी बोली हुण सरकारां दी अखबारां बोलदियां जदों तक ते बैठा हाकम भोला हो जावे फिर लोक ना बोलन हथ फड़ियां तलवारां बोलदियां जदों तक ते बैठा हाकम भोला हो जावे फिर लोक ना बोलन हथ फड़ियां तलवारां बोलदियां नौकरियां लई मंत्रियां दे चैक जरूरी ने डिग्री ना हुण चले इत्थे चैक जरूरी ने जां फिर मित्रा कंध तलकियां लिस्टां ते अफसरशाही विच पईयां बगारां बोलदियां जदों तक ते बैठा हाकम भोला हो जावे फिर लोक ना बोलन हथ फड़ियां तलवारां बोलदियां जदों तक ते बैठा हाकम भोला हो जावे फिर लोक ना बोलन हथ फड़ियां तलवारां बोलदियां की ਅਸੀਂ ਹੰਡਾਇਆ ਏ ਵਕਤਾਂ ਦੇ ਝੰਡਿਆਂ ਨੇ ਪਿੰਨਿਆ ਸਾਡਾ ਰੋਮ ਰੋਮ ਕਰਜ਼ੇ ਦੀਆਂ ਕੰਢਿਆਂ ਨੇ ਹਾਲਤ ਕੈਨ ਬਿਆਨ ਜਵਾਨੀ ਤੇ ਕਿਰਸਾਨੀ ਦੀ ਫਾਹੇ ਬਣ ਕੇ ਗਲ ਪਈਆਂ ਦਸਤਾਰਾਂ ਬੋਲਦੀਆਂ ਜਦੋਂ ਤੱਕ ਤੇ ਬੈਠਾ ਹਾਕਮ ਭੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਜਦੋਂ ਤੱਕ ਤੇ ਬੈਠਾ ਹਾਕਮ ਭੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਸਿੱਖਿਆ ਨੀਤੀ ਆ ਗਈ ਜਾਤੋਂ ਹੱਥ ਗਦਾਰਾਂ ਦੇ ਪੰਨੇ ਕਰਤੇ ਭਗਵੇਂ ਸੂਰਮਿਆਂ ਦੀਆਂ ਬਾਰਾਂ ਦੇ ਇਹ ਲੋਕ ਉਦੋਂ ਤੱਕ ਗੁੰਗੇ ਰਹਿਣਗੇ ਅੰਮ੍ਰਿਤ ਵੀ ਰਗਾਂ 'ਚ ਜਦ ਤੱਕ ਨਹੀਂ ਬੰਦੇ ਦੀਆਂ ਵਾਰਾਂ ਬੋਲਦੀਆਂ ਜਦੋਂ ਤੱਕ ਤੇ ਬੈਠਾ ਹਾਕਮ ਭੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਜਦੋਂ ਤੱਕ ਤੇ ਬੈਠਾ ਹਾਕਮ ਭੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਉਹ ਤੁਹਾਡੀ ਨੂੰ ਲੱਗਦਾ ਬੈਂਕ ਵਾਲੇ ਆ ਗਏ। ਉਹ ਜੱਸਿਆ ਉਹ ਚਾਚਾ ਰੁਲਦੂ ਆਪਾਂ ਨੂੰ ਦੇਖ ਕੇ ਹੋਈ ਭੱਜ ਗਿਆ ਯਾਰ। ਉਹ ਲੱਖਿਆ ਲੱਗਦਾ ਤਾਂ ਮੈਨੂੰ ਵੀ ਐਵੇਂ ਆ। ਓਹੋ ਵੀਰੇ ਤੁਸੀਂ ਤਾਂ ਘਰ ਦੇ ਹੀ ਨਿਕਲੇ। ਮੇਰਾ ਬਾਪੂ ਤਾਂ ਤੁਹਾਨੂੰ ਦੇਖ ਕੇ ਡਰ ਕੇ ਭੱਜ ਗਿਆ। ਕਿਉਂ? ਉਹਨਾਂ ਨੂੰ ਲੱਗਿਆ ਕਿ ਤੇਰੇ ਬੈਂਕ ਵਾਲੇ ਹੋ ਤੁਸੀਂ। ਉਹ ਲੈ ਉਹ ਚਾਚਾ ਗਲਤ ਸਮਝ ਗਿਆ। ਉਹ ਸਿੱਧਾ ਚਾਚੇ ਨੂੰ ਮਿਲਣਾ ਆ। ਸ਼ੁਕਰ ਹੈ ਰੱਬ ਦਾ ਵੀਰੇ ਤੁਸੀਂ ਪਿੰਡ ਦੇ ਹੀ ਹੋ। ਜਾ ਬੁਲਾ ਲਿਆ ਚਾਚੇ ਨੂੰ, ਨਾਲੇ ਦੱਸ ਦੀ ਉਹਨੂੰ ਅਸੀਂ ਤਾਂ ਬਾਬੇ ਕੇ ਲਾਣੇ ਚੋਂ ਆ, ਜੱਸਾ ਤੇ ਲੱਖਾ। ਆਜੋ ਬੈਠੋ, ਮੈਂ ਹੁਣੀ ਬੁਲਾ ਕੇ ਲੈ ਕੇ ਆਨੀ ਆ ਬਾਪੂ ਨੂੰ। ਬਾਪੂ ਬਾਪੂ ਘਰ ਆਜੋ। ਵੀਰੇ ਹੋਰੀ ਤਾਂ ਬਾਬੇ ਕੇ ਲਾਣੇ ਤੋਂ ਆਏ ਨੇ, ਨਾਲੇ ਸੱਚ ਉਹ ਤੁਹਾਨੂੰ ਮਿਲਣ ਆਏ ਨੇ। ਅੱਛਾ ਅੱਛਾ ਆ ਗਿਆ, ਮੈਂ ਆ ਗਿਆ। ਓਹੋ ਉਹ ਮੁੰਡਿਓ, ਤੁਸੀਂ ਤਾਂ ਮੇਰੀਆਂ ਭਾਜਣਾ ਹੀ ਪਵਾਤੀਆਂ ਤੀ। ਤੁਸੀਂ ਤਾਂ ਆਪਣੇ ਨਿਕਲੇ। ਜੋਤੀ ਪੁੱਤਰ ਕੁਰਸੀ ਲੈ ਕੇ ਆਈ। ਲੈ ਚਾਚਾ ਤੂੰ ਤਾਂ ਪਹਿਲਾਂ ਜੁੱਤੀ ਪਾ। ਉਹ ਚਾਚਾ ਰੁਲਦੂ ਸਿਆ, ਤੂੰ ਤਾਂ ਐਵੇਂ ਡਰ ਗਿਆ। ਤੂੰ ਤਾਂ ਆਪਣੇ ਸਮੇਂ ਦਾ ਪਹਿਲਵਾਨ ਰਿਹਾ, ਪਹਿਲਵਾਨ। ਤੇਰੇ ਵਰਗੇ ਤਾਕੜ ਬੰਦਿਆਂ ਦੀ ਤਾਂ ਲੋੜ ਆ ਹੁਣ ਸਾਨੂੰ। ਉਹ ਗੱਲ ਤਾਂ ਤੇਰੀ ਸਹੀ ਆ ਜੱਸਿਆ। ਕੋਈ ਟਾਈਮ ਹੁੰਦਾ ਸੀ ਚਾਚਾ ਰੁਲਦੂ ਛਿੰਜਾਂ 'ਚ ਪਿੰਡ ਤੇ ਮਿੱਟੀ ਨਹੀਂ ਸੀ ਲੱਗਣ ਦਿੰਦਾ। ਉਹ ਪਹਿਲਵਾਨ ਖਾੜਾ ਛੱਡ ਕੇ ਭੱਜ ਜਾਂਦੇ ਸੀ। ਬਸ ਟਾਈਮ ਦੀ ਗੱਲ ਆ। ਉਹ ਚਾਚਾ ਰੁਲਦੂ ਹੁਣ ਆਪਾਂ ਨੂੰ ਦੇ ਕੇ ਭੱਜੀ ਜਾਂਦਾ। ਉਹ ਕਾਹਨੂੰ ਸ਼ੇਰਾ, ਮੋਦੀ ਸਰਕਾਰ ਨੇ ਰੋਲਤਾ। ਆ ਮੋਦੀ ਵੇਖ ਲੋ ਵੈਰੀ ਬਣ ਗਿਆ ਸਾਡਾ, ਨਾ ਅੱਗੇ ਨਾ ਪਿੱਛੇ। ਉਹਦੇ ਕਹਿੰਦਾ ਨਵੇਂ ਕਾਨੂੰਨ ਬਣਾਤੇ, ਜਿਹੜੇ 4 ਕਿੱਲੇ ਹੁੰਦੇ ਤੀ ਉਹ ਵੀ ਖੋਣ ਨੂੰ ਫਿਰਦਾ। ਉਹ ਚਾਚਾ
ਇਸੇ ਸੰਬੰਧ 'ਚ ਆਇਆ ਅੱਜ ਤੇਰੇ ਨਾਲ ਗੱਲ ਕਰਨ। ਉਹ ਇਕਜੁੱਟ ਹੋ ਕੇ ਮੱਥਾ ਲਾਉਣਾ ਪੈਣਾ ਮੋਦੀ ਨਾਲ। ਉਹ ਤੈਨੂੰ ਤਾਂ ਪਤਾ ਹੀ ਹੋਣਾ, ਉਹ ਪੰਜਾਬ 'ਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ। ਓਏ ਆਪਾਂ ਨੂੰ ਹੁਣ ਉਹਨਾਂ ਦੇ ਨਾਲ ਚੱਲਣਾ ਪੈਣਾ। ਉਹ ਭਤੀਜ, ਅਸੀਂ ਕੀ ਮੱਥਾ ਲਾ ਲਾਂਗੇ ਉਹਦੇ ਨਾਲ? ਅਗਲਾ ਆਪਣੀ ਮਨਮਰਜ਼ੀਆਂ ਤੇ ਉਤਰ ਰਿਹਾ, ਅਸੀਂ ਨਹੀਂ ਮੱਥਾ ਲਾ ਸਕਦੇ ਉਹਦੇ ਨਾਲ, ਇੱਕ ਸੂਬੇ ਦੇ ਲੋਕ। ਉਹ ਚਾਚਾ ਤੂੰ ਤਾਂ ਐਵੇਂ ਦਿਲ ਛੱਡ ਗਿਆ। ਜੇ ਆਪਾਂ ਇਕੱਠੇ ਹੋ ਜਾਈਏ, ਮੋਦੀ ਤਾਂ ਭੱਜਦਾ ਫਿਰੂ। ਦੱਸ ਏਕੇ ਦੀ ਤਾਕਤ ਮੂਰੇ ਕਿਹੜੀ ਤਾਕਤ ਨਹੀਂ ਝੁਕੀ। ਉਹ ਚਾਚਾ ਐਵੇਂ ਹਾਰ ਨਹੀਂ ਮੰਨੀ ਦੀ। ਉਹ ਪੰਜਾਬੀ ਤਾਂ ਸਦੀਆਂ ਤੋਂ ਜ਼ਾਲਮਾਂ ਦੇ ਦੰਦ ਖੱਟੇ ਕਰਦੇ ਆਏ ਆ। ਉਹ ਲੱਖਿਆ, ਗੱਲ ਤੇ ਤੇਰੀ ਵੀ ਸਹੀ ਏ, ਪਰ ਇਕੱਲੇ ਪੰਜਾਬ ਦੇ ਵਾਸ ਦੀ ਲੜਾਈ ਨਹੀਂ ਰਹੀ। ਆਪਾਂ ਕੁਛ ਨਹੀਂ ਵਿਗਾੜ ਸਕਦੇ ਉਹਦਾ, ਜਿਹਦੇ ਇਸ਼ਾਰੇ ਤੇ ਸਾਰਾ ਦੇਸ਼ ਨੱਚਦਾ ਹੈ। ਉਹ ਚਾਚਾ ਰੁਲ ਦੂਸਿਆ, ਤੂੰ ਤਾਂ ਐਵੇਂ ਦਿਲ ਛੱਡ ਗਿਆ। ਇੱਕ ਇੱਕ ਉਂਗਲ ਨਾਲ ਕਸੁੰਨ ਬਣ ਜਾਂਦਾ, ਕਸੁੰਨ। ਬਸ ਇਕੱਠੇ ਹੋਣ ਦੀ ਲੋੜ ਆ। ਮੁੰਡਿਓ, ਵੇ ਮੁੰਡਿਓ, ਕੀ ਰੌਲਾ ਪਾਇਆ ਤੁਸੀਂ ਸਵੇਰੇ ਸਵੇਰੇ? ਹੈ ਆਪ ਤਾਂ ਤੁਸੀਂ ਕੁਝ ਕਰਦੇ ਨਹੀਂ, ਆ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿਗਾੜੀ ਜਾਂਦੇ ਹੋ। ਆ ਕਹੀ ਚਲਾਉਣ ਵਾਲੇ ਨੂੰ ਕਸੂਨ ਚਲਾਉਣੇ ਨਾਸ ਖਾਓ, ਖਾ ਲੈਣ ਦੋ ਭਾਈ ਸਾਨੂੰ ਚੈਨ ਨਾਲ ਰੋਟੀ। ਹੋ ਚਾਚੀ, ਤੂੰ ਕਿਹੜਾ ਟੇਸ਼ਨ ਫੜ ਕੇ ਬਹਿ ਗਈ? ਉਹ ਅਸੀਂ ਤਾਂ ਚਾਚੇ ਨੂੰ ਬੇਨਤੀ ਕਰਨ ਆਏ ਆ ਬੈਠ ਤੂੰ। ਭਤੀਜ ਤੂੰ ਬੈਠ, ਮਹਿੰਦਰ ਕੌਰ ਪੀੜੀ ਲੈ ਲੈਂਦੀ ਏ। ਆਹੋ ਬੈਠ ਪੁੱਤ ਤੂੰ। ਤੁਸੀਂ ਤਾਂ ਭਾਈ ਕਸੂਨ ਕਰੀ ਜਾਂਦੇ ਸੀ, ਕਿਧਰੇ ਗਾਉਣ ਵਾਲੇ ਦਾ ਅਸਰ ਤਾਂ ਨਹੀਂ ਹੋਗਾ ਤੁਹਾਡੇ ਤੇ? ਉਹ ਗੱਲ ਸੁਣ ਚਾਚੀ, ਜਿਹੜੇ ਕੰਮ ਅਸੀਂ ਆਏ ਨਾ ਉਹ 'ਚ ਕੀ ਗਾਉਣ ਵਾਲੇ, ਕੀ ਵਕੀਲ, ਕੀ ਮਾਸਟਰ, ਕੀ ਡਾਕਟਰ ਸਾਰੇ ਲੱਗੇ ਹੋਏ ਨੇ। ਵੇ ਐਸਾ ਤੁਸੀਂ ਕੀ ਜਾਦੂ ਕਰਤਾ ਜਿਹੜੇ ਸਾਰੇ ਤੁਹਾਡੇ ਮਗਰ ਲੱਗੇ? ਉਹ ਨਾ ਚਾਚੀ, ਜਾਦੂ ਕੋਈ ਨਹੀਂ ਕੀਤਾ। ਹੁਣ ਸਭ ਨੂੰ ਪਤਾ ਲੱਗ ਗਿਆ ਵੀ ਜੇ ਢਿੱਡ ਭਰਨਾ ਕਿਸਾਨਾਂ ਨਾਲ ਤਾਂ ਖੜੇ ਹੋਣਾ ਹੀ ਪਊਗਾ। ਵੇ ਪੁੱਤ ਦੱਸਿਆ ਮੇਰੇ ਨਾਲ ਬੁਝਾਰਤਾਂ ਜਿਹੀਆਂ ਕੋ ਪਾਈ ਜਾਂਦਾ ਹੈ? ਮੈਨੂੰ ਤਾਂ ਸਿੱਧਾ ਸਿੱਧਾ ਦੱਸ ਤੁਸੀਂ ਕੀ ਕਰਨਾ ਚਾਹੁੰਦੇ ਹੋ? ਉਹ ਚਾਚੀ ਤੈਨੂੰ ਤਾਂ ਪਤਾ ਹੀ ਆ, ਮਹੀਨੇ ਤੋਂ ਵੱਧ ਹੋ ਗਿਆ ਦਿੱਲੀ 'ਚ ਧਰਨੇ ਲੱਗਦੇ ਨੂੰ। ਉਹ ਭਤੀਜ, ਇਹਨੂੰ ਕਿੱਥੋਂ ਪਤਾ ਲੱਗੂ? ਇਹ ਕਿਹੜਾ BBC ਸੁਣਦੀ ਏ? ਇਹਨਾਂ ਨੂੰ ਚੁਗਲੀਆਂ ਤੋਂ ਵੇਲ ਮਿਲੇ ਤਾਂ ਹੀ। ਨਾ ਜੇ ਤੈਨੂੰ ਪਤਾ ਤੂੰ ਦੱਸ ਦੇ। ਆਇਆ ਵੱਡਾ ਰਾਜੇਵਾਲ ਕਰਦਾ ਗੱਲਾਂ, ਸਾਨੂੰ ਤਾਂ ਪੁੱਤ ਸਾਰਾ ਦਿਨ ਕੰਮ ਕਰਨ ਤੋਂ ਵੇਲ ਨਹੀਂ ਮਿਲਦੀ। ਆ ਕਿੱਥੋਂ ਸੁਣ ਲਿਆ, ਕਿਹੜੀ ਬੀਬੀ ਜੀ ਕਹਿੰਦਾ ਇਹ? ਉਹ ਰਾਜੇਵਾਲ ਸਾਹਿਬ ਹੋਰਾਂ ਵਰਗਾ ਕੌਣ ਬਣ ਜੂ? ਅਗਲੇ ਨੇ 51 ਸਾਲ ਲਾਤੇ ਕਿਸਾਨਾਂ ਲੇਖੇ। ਮਾਰਦੀ ਐ ਗੱਲਾਂ। ਉਹ ਗੱਲ ਤਾਂ ਤੇਰੀ ਸਹੀ ਆ ਚਾਚਾ, ਪਰ ਗਲਤ ਤਾਂ ਚਾਚੀ ਵੀ ਨਹੀਂ ਹੈਗੀ। ਉਹ ਜਿਵੇਂ ਬੰਦਿਆਂ ਨੂੰ ਬਾਹਰਲੇ ਕੰਮ ਲੈ ਕੇ ਬਹਿ ਜਾਂਦੇ ਨੇ, ਉਵੇਂ ਜਨਾਨੀਆਂ ਨੂੰ ਘਰ ਦੇ ਕੰਮ ਨਹੀਂ ਮੁੱਕਦੇ। ਉਹ ਇਹਨਾਂ ਨੂੰ ਨਹੀਂ ਵੇਲ ਮਿਲਦੀ ਖਬਰਾਂ ਸੁਣਨ ਦੀ। ਭਤੀਜ ਤੂੰ ਤੇ ਆਪਦੀ ਚਾਚੀ ਦੇ ਨਾਲ ਦੀ ਹੋ ਕੇ ਖੜ ਗਿਆ, ਨਾਲੇ ਸਾਨੂੰ ਕਿਹੜਾ ਵੇਲ ਮਿਲਦੀ ਏ? ਬਸ ਲੰਘਦੇ ਟੱਪਦੇ ਸੱਥ ਚੋਂ ਸੁਣਾਉਂਦੇ ਆ ਮਾੜੀ ਮੋਟੀ ਖਬਰ। ਉਹ ਚਾਚਾ ਤੈਨੂੰ ਤਾਂ ਪਤਾ ਹੀ ਆ, ਮੋਦੀ ਸਰਕਾਰ ਨੇ 3 ਕਾਨੂੰਨ ਬਣਾਤੇ, 3। ਉਹਦੇ ਮੋਟੇ-ਮੋਟੇ ਨੁਕਸਾਨ ਸੁਣ ਲਾਂ ਤੂੰ ਮੇਰੇ ਤੋਂ। ਪਹਿਲਾ, ਅਮੀਰ ਘਰਾਣੇ ਦੇ ਲੋਕ ਸਾਡੀਆਂ ਜ਼ਮੀਨਾਂ ਲੈਣਗੇ ਠੇਕੇ ਤੇ ਦੂਜਾ ਸੁਣ, ਹੌਲੀ ਹੌਲੀ ਬਣ ਬੈਠਣਗੇ ਮਾਲਕ। ਤੇ ਹੁਣ ਤੀਜਾ ਸੁਣ, ਆਪਾਂ ਜ਼ਿਮੀਂਦਾਰ ਤੋਂ ਬਣ ਜਾਾਂਗੇ ਦਿਹਾੜੀਦਾਰ। ਆਪਣੇ ਖੇਤਾਂ ਵਿੱਚ ਆਪ ਮਜ਼ਦੂਰੀ ਕਰਨੀ ਪਊਗੀ। ਵੇ ਪੁੱਤ ਆਹ ਕੁਛ ਕਰੀ ਜਾਂਦਾ ਮੋਦੀ, ਸਾਨੂੰ ਤਾਂ ਪਤਾ ਹੀ ਨਹੀਂ। ਲੈ ਹੋਰ ਚਾਚੀ, ਬਹੁਤ ਮਾੜਾ ਟਾਈਮ ਆ ਗਿਆ ਹੁਣ ਆਪਣੀ ਕਿਸਾਨੀ ਤੇ। ਉਹ ਤਾਂ ਕਦੇ ਕਦਾਈ ਆਪਣੇ ਮਨ ਕੀ ਸੁਣ ਕੇ ਭਾਈ ਕਰ ਦਿੰਦਾ ਮਨ ਕੀ ਬਾਤ। ਉਹ ਤਾਂ ਦੇਸ਼ 'ਚ ਜੋ ਮਰਜ਼ੀ ਹੋ ਜੇ ਉਹਨੇ ਨਹੀਂ ਮੂੰਹ ਖੋਲਣਾ, ਨਾ ਕਿਸੇ ਦੀ ਸੁਣ ਕੇ ਰਾਜੀ ਉਹ। ਲੈ ਹੋਰ ਚਾਚੀ, ਆਪਣਾ ਦੇਸ਼ ਤਾਂ ਹੁਣ ਜ਼ਾਲਮਾਂ ਦੇ ਹੱਥ ਪੈ ਗਿਆ। ਉਹ ਭਤੀਜ, ਉਹ ਹੁਣ ਐ ਤੇ ਦੱਸੋ ਅੱਗੇ ਕੀ ਕਰਨਾ ਹੈ? ਉਹ ਚਾਚਾ ਤੈਨੂੰ ਤਾਂ ਪਤਾ ਹੀ ਆ, 3 ਮਹੀਨਿਆਂ ਤੋਂ ਵੱਧ ਹੋ ਗਿਆ ਪੰਜਾਬ 'ਚ ਥਾਂ ਤੇ ਧਰਨੇ ਲੱਗਦੇ ਨੂੰ। ਹੁਣ ਮਹੀਨੇ ਤੋਂ ਵੱਧ ਹੋ ਗਿਆ ਦਿੱਲੀ ਘੇਰੀ ਨੂੰ। ਹੁਣ ਆਪਾਂ ਦਿੱਲੀ ਜਾਣਾ ਉਹਨਾਂ ਦੇ ਨਾਲ। ਪੁੱਤ ਆਪਾਂ ਜਾ ਤਾਂ ਵੜਾਂਗੇ ਦਿੱਲੀ, ਪਰ ਉੱਥੇ ਆਪਣੀ ਸੁਣੂਗਾ ਕੌਣ? ਉਹ ਮੋਦੀ ਤਾਂ ਪਹਿਲਾਂ ਹੀ ਨਹੀਂ ਕਿਸੇ ਦੀ ਸੁਣ ਕੇ ਰਾਜੀ। ਆਪਾਂ ਵੀ ਹੋਰਾਂ ਵਾਂਗੋ ਬਹਾਰ ਕੇ ਉਹਦਾ ਪਿੱਟ ਸਿਆਪਾ ਕਰਕੇ ਮੁੜ ਆਵਾਂਗੇ। ਫਾਇਦਾ ਤਾਂ ਫੇਰ ਨਹੀਂ ਕੋਈ ਹੋਣਾ। ਉਹ ਚਾਚੀ ਐਵੇਂ ਦਿਲ ਛੋਟਾ ਨਾ ਕਰ। ਉਹ ਪੰਜਾਬੀ ਤਾਂ ਵੱਡੇ ਵੱਡੇ ਤਖਤ ਹਿਲਾ ਦਿੰਦੇ ਨੇ, ਫਿਰ ਆ ਮੋਦੀ ਕੀ ਚੀਜ਼ ਆ? ਉਹ ਪੰਜਾਬੀ ਤਾਂ ਜੰਮੀ ਮੋਰਚੇ ਲਾਉਣ ਵਾਸਤੇ ਨੇ। ਉਹ ਚਾਚਾ ਕਾਇਮ ਕਰ ਤੂੰ ਆਪਣੇ ਲਿਹਾਜ਼ਿਆਂ ਨੂੰ, ਤੇ ਚਾਚੀ ਤੂੰ ਹੀ ਦੇ ਹੋਕਾ ਆਪਣੀ ਆਂਡਣਾ ਗਵਾਂਡਣਾ ਨੂੰ। ਵੇ ਪੁੱਤ ਦੱਸਿਆ ਗੱਲ ਮੇਰੇ ਦਿਲ ਨੂੰ ਨਹੀਂ ਲੱਗੀ। ਹੁਣ ਜੇ ਕਾਨੂੰਨ ਬਣ ਗਏ ਤਾਂ ਟੁੱਟਣਗੇ ਕਿਵੇਂ? ਚਾਚੀ ਤੈਨੂੰ ਤਾਂ ਪਤਾ ਹੀ ਆ, ਆਪਣੇ ਦੇਸ਼ 'ਚ ਹੁਣ ਸਰਮਾਏਦਾਰਾਂ ਤੇ ਛੜਿਆਂ ਦਾ ਰਾਜ ਏ। ਧੀਆਂ ਤੇ ਜ਼ਮੀਨਾਂ ਦੀ ਰਾਖੀ ਲਈ ਸਾਨੂੰ ਆਪ ਖੜੇ ਹੋਣਾ ਪਊਗਾ। ਉਹ ਨਾਲੇ ਚਾਚੀ, ਆਪਾਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਚਿੜੀਆਂ ਨਾਲ ਬਾਜ ਲੜਾਏ ਸੀ। ਉਹ ਆਪਾਂ ਤਾਂ ਦਰਿਆਵਾਂ ਦੇ ਮੂੰਹ ਮੋੜ ਦਈਏ। ਆਹ ਕਿਹੜੇ ਖੇਤ ਦੀ ਮੂਲੀ ਨੇ। ਸਹੀ ਗੱਲ ਹੈ ਲੱਖਿਆ। ਉਹ ਹੁਣ ਤਾਂ ਆਪਾਂ ਨੂੰ ਇੱਕ ਪੱਕੀ ਵਿਉਂਤਬੰਦੀ ਬਣਾ ਕੇ ਚੱਲਣਾ ਪਊ। ਦੇਸ਼ ਦੇ ਲੋਕੀ ਤਾਂ ਸਭ ਧੱਕਾਸ਼ਾਹੀ ਜਰਨ ਦੇ ਆਦੀ ਹੋ ਗਏ। ਉਹ ਚਾਚਾ ਰੁਲਦੂ, ਇੱਕ ਗੱਲ ਤਾਂ ਸਭ ਨੂੰ ਪਤਾ ਹੈ ਵੀ ਆਪਣੇ ਦੇਸ਼ ਤੇ ਜਦੋਂ ਵੀ ਕੋਈ ਮੁਸ਼ਕਲ ਆਈ ਆ ਤਾਂ ਪੰਜਾਬੀ ਮੂਰੇ ਹੋ ਕੇ ਲੜਿਆ। ਹੁਣ ਸਾਰਿਆਂ ਨੂੰ ਪੰਜਾਬੀਆਂ ਤੋਂ ਆਸਾਂ ਨੇ। ਆਪਾਂ ਤਾਂ ਖਾਲਾਂ 'ਚ ਪਾਣੀ ਛੱਡ ਨਹਿਰਾਂ ਖਾਲੀ ਕਰ ਦਈਏ। ਆਹ ਕਿੱਡੀ ਕੁ ਗੱਲ ਆ?
ਉਹ ਜੱਸਿਆ ਗੱਲ ਤੇ ਤੇਰੀ ਵੀ ਸਹੀ ਹੈ, ਪਰ ਕਰੀਏ ਵੀ ਕੀ? ਰਾਜਨੀਤਿਕ ਲੀਡਰਾਂ ਨੇ ਪਿੰਡ ਪਿੰਡ ਆਪਣੇ ਚਮਚੇ ਛੱਡ ਕੇ ਭਾਈਚਾਰੇ ਖਤਮ ਕਰਨ ਵਾਲਾ ਕਰਤਾ। ਉਹ ਜੇ ਆਪਾਂ ਸਾਰੇ ਰਲ ਮਿਲ ਕੇ ਚੱਲਾਂਗੇ ਤਾਂ ਹੀ ਪਿੰਡ ਬਚਣਗੇ। ਉਹ ਚਾਚਾ ਰੁਲਦੂ, ਤੂੰ ਹੁਣ ਫਿਕਰ ਨਾ ਕਰ। ਉਹ ਜਦ ਖੇਤਾਂ ਦੇ ਪੁੱਤ ਉੱਠ ਖੜੇ ਨਾ, ਇਹ ਸਭ ਕੁੱਤਿਆਂ ਵਾਂਗ ਚੱਡਾਂ 'ਚ ਪੂੰਛਾ ਦੇ ਭੱਜਣਗੇ। ਉਹ ਬੱਲੇ ਉਹ ਸ਼ੇਰਾ, ਉਹ ਜੇ ਤੁਹਾਡੇ ਵਰਗੇ ਸਾਡੇ ਬਜ਼ੁਰਗਾਂ ਨਾਲ ਰਲ ਗਏ ਤਾਂ ਸਭ ਨੂੰ ਖੁੰਝੇ ਲਾ ਦਾਂਗੇ। ਆਹ ਪੁੱਤ ਹੁਣ ਤਾਂ ਜੋ ਕੁਝ ਕਰਨਾ ਪੈਣਾ ਇਕਜੁੱਟ ਹੋ ਕੇ ਕਰਨਾ ਪੈਣਾ। ਆਏ ਨਹੀਂ ਕਾਨੂੰਨ ਰੱਦ ਹੁੰਦੇ। ਨਾਲੇ ਮੈਂ ਵੀ ਆਪਣੀ ਆਂਡਣਾ ਗੁਆਂਢਣਾਂ ਨੂੰ ਦੱਸਦੀ ਆ ਭਈ ਆਹ ਕੁਝ ਕਰੀ ਜਾਂਦਾ ਮੋਦੀ। ਬੇਬੇ ਕੀ ਰੌਲਾ ਪਾ ਰੱਖਿਆ? ਧਾਰ ਕੱਢਣ ਦਾ ਟਾਈਮ ਹੋ ਗਿਆ। ਜੋਤੀ ਪੁੱਤਰ ਤੂੰ ਵੀਰਿਆਂ ਦੀ ਗੱਲ ਸੁਣ, ਧਾਰ ਮੈਂ ਕੱਢ ਕੇ ਆਉਣਾ। ਹਾਂਜੀ ਬਾਪੂ। ਪੁੱਤ ਰੌਲਾ ਪਿਆ ਨਹੀਂ, ਰੌਲਾ ਪਾਉਣ ਦੀ ਤਾਂ ਤਿਆਰੀ ਕਰਦੇ ਆ ਤਿਆਰੀ। ਹੈ ਬੇਬੇ ਨਾ ਕੀ ਗੱਲ ਹੋ ਗਈ? ਬਾਈ ਹੋਰੀ ਵੀ ਰੌਲਾ ਪਾਣ ਆਏ ਨੇ ਸਵੇਰੇ ਸਵੇਰੇ। ਉਹ ਭੈਣੇ ਨਹੀਂ ਪੈਣਾ ਕੋਈ ਰੋਲਾ, ਨਾ ਹੀ ਪਾਉਣਾ। ਆ ਚਾਚੀ ਤਾਂ ਮਜ਼ਾਕ ਕਰਦੀ ਆ, ਅਸੀਂ ਤਾਂ ਦਿੱਲੀ ਜਾਣ ਲਈ ਸੱਦਾ ਦੇਣ ਆਏ ਆ। ਜੱਸੇ ਵੀਰੇ ਨਾ ਕਿਉਂ ਟਾਈਮ ਖਰਾਬ ਕਰਦੇ ਹੋ? ਮੋਦੀ ਸਰਕਾਰ ਦਾ ਕਾਨੂੰਨ ਪਾਸ ਹੋ ਗਿਆ, ਕਿਧਰੇ ਨਹੀਂ ਰੱਦ ਹੋਣ ਲੱਗਾ। ਉਹ ਭੈਣੇ ਐਵੇਂ ਦਿਲ ਛੋਟਾ ਕਿਉਂ ਕਰਦੀਆਂ? ਉਹ ਲੋਕਾਂ ਦੇ ਰੋਹ ਅੱਗੇ ਕੁਝ ਨਹੀਂ ਖੜਦਾ। ਜਰਮਨ 2 ਮੁਲਕ ਸੀ, ਕਰਤਾ ਨਾ ਲੋਕਾਂ ਦੇ ਰੋਹ ਨੇ ਇੱਕ। ਉਹ 3 ਮਹੀਨੇ ਤੋਂ ਵੱਧ ਹੋ ਗਏ ਪੰਜਾਬ 'ਚ ਧਰਨੇ ਲੱਗਦਿਆਂ। ਆ ਦਿੱਲੀ ਸਾਰੀ ਆਪਾਂ ਜਾਮ ਕਰ ਦੇਣੀ ਆ ਹੁਣ। ਹਾਂ ਹਾਂ ਲੱਗ ਗਏ ਨੇ ਧਰਨੇ। ਪੰਜਾਬ 'ਚ ਤਾਂ ਰੌਲਾ ਪੈ ਰਿਹਾ, ਪਰ ਪੰਜਾਬ ਤੋਂ ਬਾਹਰ ਤੁਹਾਡੀ ਸੁਣਦਾ ਹੀ ਕੌਣ ਹੈ? ਉਹ ਭੈਣੇ ਜੇ ਅਸੀਂ ਪੰਜਾਬ ਤੋਂ ਬਾਹਰ ਨਿਕਲਾਂਗੇ ਤਾਂ ਹੀ ਕੋਈ ਸੁਣੂ ਸਾਡੀ। ਵੀਰੇ ਤੁਸੀਂ ਜੋ ਮਰਜ਼ੀ ਕੁਝ ਕਹੀ ਜਾਵੋ, ਆ ਨਾ ਤੁਹਾਡੇ ਧਰਨਿਆਂ ਦੀ ਕਿਧਰੇ ਖਬਰ ਲੱਗਦੀ ਆ, ਲੋਕਾਂ ਤੱਕ ਕਿਵੇਂ ਪਹੁੰਚੂ? ਮੀਡੀਆ ਸਾਰੀ ਸਰਕਾਰ ਨੇ ਖਰੀਦੀ ਹੈ, ਸਰਕਾਰ ਨੇ। ਉਹ ਭੈਣੇ ਤੂੰ ਤਾਂ ਸਮਝਦਾਰ ਐ। ਉਹ ਮੀਡੀਆ ਸਾਰੀ ਸਰਕਾਰ ਨੇ ਨਹੀਂ ਖਰੀਦੀ, ਅਜੇ ਬਹੁਤ ਸਾਧਨ ਪਏ ਨੇ ਆਪਣੇ ਕੋਲੇ। ਆਪਾਂ ਆਪਣੀ ਗੱਲ ਲੋਕਾਂ ਤੱਕ ਤਾਂ ਪਹੁੰਚਾ ਹੀ ਸਕਦੇ ਆਂ। ਗੋਦੀ ਮੀਡੀਆ ਨੇ ਤੁਹਾਡੇ ਪੈਰ ਨਹੀਂ ਲੱਗਣ ਦੇਣੇ ਨਾ, ਹੋਰ ਕਿਹੜਾ ਸਾਧਨ ਲੱਭੋਗੇ ਤੁਸੀਂ? ਪਹਿਲੀ ਗੱਲ ਭੈਣੇ, ਇਹ ਕਿਸੇ ਇੱਕ ਦਾ ਸੰਘਰਸ਼ ਤਾਂ ਹੈ ਨਹੀਂ, ਇਹ ਆਪਣਾ ਸਭ ਦਾ ਸੰਘਰਸ਼ ਆ। ਤੇ ਤੁਸੀਂ ਦੀ ਥਾਂ ਤੇ ਆਪਣਾ ਸ਼ਬਦ ਵਰਤ ਆਪਣਾ। ਰਹੀ ਗੱਲ ਆ ਗੋਦੀ ਮੀਡੀਆ ਦੀ, ਉਹ ਸੋਸ਼ਲ ਮੀਡੀਆ ਸਭ ਅਮੀਰ ਗਰੀਬ ਦੀ ਆਵਾਜ਼ ਉਠਾਉਂਦਾ। ਉਹ ਭੈਣੇ ਜਦੋਂ ਆਪਾਂ ਤੁਰ ਪਏ ਦਿੱਲੀ ਨੂੰ, ਆਪਣੇ ਆਲੇ ਨਾਲ ਤਾਂ ਫੋਟੋਆਂ ਪਾ ਸੋਸ਼ਲ ਮੀਡੀਆ ਕਮਲਾ ਕਰ ਦੇਣਾ। ਮੋਦੀ ਜਿੱਧਰ ਵੀ ਦੇਖੂਗਾ ਕਿਸਾਨ ਹੀ ਕਿਸਾਨ ਦਿਸਣਗੇ, ਅਤੇ ਰਾਤ ਨੂੰ ਸੁੱਤੇ ਪਏ ਨੂੰ ਵੀ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਸੁਣਨਗੇ। ਤੇ ਭੈਣੇ ਤੁਹਾਡੀ ਡਿਊਟੀ ਇੱਕੋ ਹੀ ਹੋਊਗੀ ਕਿ ਕਿਸਾਨ ਦੀ ਹਰ ਨਿੱਕੀ ਮੋਟੀ ਖਬਰ ਸਟੋਰੀ ਪਾਉਣਾ। ਹਾਂ ਬਸ ਉਹ ਆਪਣਾ ਸਾਰਾ ਲਾਣਾ, ਅਸੀਂ ਪੱਤਰਕਾਰ ਬਣ ਜਾਣਾ। ਉਹ ਗੋਦੀ ਮੀਡੀਆ ਵਾਲੇ ਤਾਂ ਦੀਵਾ ਲਾ ਕੇ ਵੀ ਨਹੀਂ ਲੱਭਣੇ ਕਿਤੇ। ਗੱਲ ਤਾਂ ਵੈਸੇ ਵੀਰੇ ਤੁਸੀਂ ਸਹੀ ਕੀਤੀ ਹੈ। ਮੈਂ ਵੀ ਆਪਣੀ ਸਹੇਲੀਆਂ ਨੂੰ ਕਿਹਾ ਕਿ ਸੋਸ਼ਲ ਮੀਡੀਆ ਤੇ ਕੁਝ ਦਿਨ ਆਪਣਾ ਜਿਹੜਾ ਸਮਾਂ ਨਾ ਉਹ ਕਿਸਾਨਾਂ ਨੂੰ ਦੇਣ। ਸ਼ਾਬਾਸ਼ ਭੈਣੇ। ਨਾਲੇ ਇੱਕ ਹੋਰ ਗੱਲ ਸੁਣ ਸਾਡੀ। ਹਾਂਜੀ। ਆਹਾ ਮੋਦੀ ਦੇ ਜਿਹੜੇ 2-4 ਚਮਚੇ ਕਹਿੰਦੇ ਆ ਨਾ ਵੀ ਆਪਾਂ ਪੰਜਾਬੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਕਰ ਆਇਲਟਸ। ਕੋਈ ਕੈਨੇਡਾ ਬੈਠਾ, ਕੋਈ ਅਮਰੀਕਾ ਬੈਠਾ, ਉਹ ਕੋਈ ਆਸਟ੍ਰੇਲੀਆ ਬੈਠਾ, ਆਪਣਾ ਅੱਧਾ ਪੰਜਾਬ ਤਾਂ ਬਾਹਰ ਹੀ ਬੈਠਾ। ਉਹ ਹੁਣ ਤਾਂ ਇਹਨਾਂ ਦੇ ਸਿਰਾਂ ਤੇ ਜਹਾਜ਼ ਚੱਲਦੇ ਨੇ, ਜਹਾਜ਼। ਦੱਸਦੀਆਂ ਮੋਦੀ ਦੇ 2-4 ਚਮਚਿਆਂ ਨੂੰ ਭੈਣੇ। ਸਹੀ ਕਿਹਾ ਵੈਸੇ ਤੇ ਵੀਰੇ ਤੁਸੀਂ। ਓ ਹਾਂ ਬਈ, ਬਦਲਿਆ ਮਨ ਤੁਹਾਡੀ ਚਾਚੀ ਦਾ। ਉਹ ਚਾਚਾ ਮਨ ਕੀ, ਚਾਚੀ ਤਾਂ ਪੂਰੀ ਦੀ ਪੂਰੀ ਬਦਲ ਗਈ। ਫਿਰਦੀ ਆ ਨਾ ਹੁਣ ਲਲਕਾਰੇ ਮਾਰਦੀ, ਆ ਫੂਲਣ ਦੇ ਵੀ ਮੰਗ। ਭਤੀਜ ਆਪਦੀ ਚਾਚੀ ਨੂੰ ਕਹਿ ਕੇ ਫੁੱਲਣ ਦੇ ਵੀ ਬਾਹਰ ਹੀ ਬਣ ਕੇ ਰਵੇ, ਕਿਤੇ ਘਰੇ ਹੋਈ ਨਾ ਮੇਰੇ ਸਾਹਮਣੇ ਬੰਦੂਕ ਤਾਣ ਕੇ ਖੜ ਜੇ। ਇਹ ਡਿਸ਼ਕਿਆ ਨਾ ਜੀ ਇੰਨਾ ਹੀ ਡਰ ਲੱਗਦਾ ਤਾਂ ਨਾ ਕਰਾਉਂਦਾ ਵਿਆਹ, ਰਹਿੰਦਾ ਛੜਾ ਮੋਦੀ ਵਾਂਗੂ। ਤੈਨੂੰ ਕਿਹਨੇ ਕਿਹਾ ਤਾ? ਉਹ ਮੈਂ ਤਾਂ ਫਿਰ ਵੀ ਦਲੇਰ ਆ ਜਿਹੜਾ ਤੇਰੇ ਨਾਲ ਕੱਟ ਰਿਹਾ। ਆ ਮੋਦੀ ਵੇਖ ਲੋ, ਵਿਆਹ ਕਰਾ ਕੇ ਪਤੰਦਰ ਆਪਣੀ ਥੀਵੀਂ ਛੱਡ ਗਿਆ। ਅੱਛਾ ਐਡੀ ਗੱਲ ਆ? ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਖਾਲਸਾ ਜੀ ਫਤਿਹ। ਭਾਈ ਕਿਵੇਂ ਕਚਹਿਰੀ ਨਾ ਰੱਖੀ ਸਵੇਰੇ ਸਵੇਰੇ? ਉਹ ਖਾਲਸਾ ਜੀ ਸਾਡੀ ਕਾਦੀ ਕਚਹਿਰੀ? ਕਚਹਿਰੀ ਤਾਂ ਦਿੱਲੀ ਲੱਗੀ ਆ। ਦਿੱਲੀ ਵਾਲੀ ਕਚਹਿਰੀ ਨਾਲ ਆਪਣਾ ਕੀ ਲੈਣ ਦੇਣ? ਖਾਲਸਾ ਜੀ ਦਿੱਲੀ ਚ ਲੱਗੀ ਕਿਸਾਨਾਂ ਦੀ ਕਚਹਿਰੀ ਦੀ ਗੱਲ ਕਰਦੇ ਆ। ਤੁਹਾਨੂੰ ਤਾਂ ਪਤਾ ਹੀ ਹੋ ਕਿਸਾਨਾਂ ਖਿਲਾਫ ਬਣੇ 3 ਕਾਲੇ ਕਾਨੂੰਨਾਂ ਬਾਰੇ। ਓਏ ਉਹਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਨਾਲ ਤੁਰ ਪਿਆ ਹੁਣ ਅਸੀਂ। ਵੀਰ ਜੀ ਗੱਲ ਤਾਂ ਤੁਹਾਡੀ ਸਹੀ ਹੈ, ਇਹ ਕਾਨੂੰਨ ਤਾਂ ਰੱਦ ਹੋਣੇ ਹੀ ਚਾਹੀਦੇ ਨੇ। ਜੋ ਯੂਪੀ ਬਿਹਾਰ ਵਾਲੇ ਕਿਸਾਨਾਂ ਨਾਲ ਹੋਇਆ ਉਹੀ ਪੰਜਾਬ ਦੇ ਕਿਸਾਨਾਂ ਨਾਲ ਹੋਊਗਾ। ਪਰ ਵੀਰ ਜੀ ਇਸ ਸੰਘਰਸ਼ ਵਿੱਚ ਤੁਹਾਡੇ ਵਰਗੇ ਨੌਜਵਾਨਾਂ ਦੀ ਜ਼ਿਆਦਾ ਲੋੜ ਹੈ। ਆਹੋ ਪੁੱਤ, ਪਰ ਪੁੱਤ ਆਪਾਂ ਜਾ ਤਾਂ ਰਹੇ ਆ, ਜੇ ਉੱਥੇ ਰਹਿਣਾ ਪੈ ਗਿਆ ਖਾਣ ਪੀਣ ਦਾ ਪ੍ਰਬੰਧ ਵੀ ਤਾਂ ਆਪਾਂ ਨੂੰ ਹੀ ਕਰਨਾ ਪਊ। ਓਹੋ ਚਾਚੀ ਇਹ ਕਿਹੜੀ ਗੱਲ ਕਰਦੀ ਤੁਸੀਂ? ਗੁਰੂ ਕੇ ਲੰਗਰ ਦੀ ਜ਼ਿੰਮੇਵਾਰੀ ਸਾਡੇ ਤੇ ਛੱਡ ਦੋ। ਤੁਸੀਂ ਤਾਂ ਬਸ ਦਿੱਲੀ ਨੂੰ ਕੂਚ ਕਰੋ, ਲੰਗਰ ਤਾਂ ਅਸੀਂ ਨਾਲ ਹੀ ਲੈ ਕੇ ਤੁਰਾਂਗੇ। ਆਹੋ ਪੁੱਤ, ਪਰ ਹਾਂ ਸੱਚ, ਜੇ ਉੱਥੇ ਰਹਿਣਾ ਪੈ ਗਿਆ ਸੌਣ ਦਾ ਪ੍ਰਬੰਧ? ਉਹ ਲਾਣੇਦਾਰ ਨਹੀਂ ਏ,
ਜੱਟਾਂ ਦੇ ਟਰੈਕਟਰ ਤਾਂ ਜਹਾਜ਼ ਨੇ ਜਹਾਜ਼, ਜਿੱਥੇ ਮਰਜ਼ੀ ਲੈਂਡ ਕਰਾ ਦਈਏ। ਨਾਲੇ ਰਹਿਣ ਸੌਣ ਦੀ ਗੱਲ, ਉਹ ਟਰਾਲੀ ਤੇ ਤਰਪਾਲ ਪਾ ਕੇ ਬਣਾ ਦਾਂਗੇ ਬੈੱਡਰੂਮ, ਉੱਥੇ ਹੀ ਸੌਣਾ, ਉੱਥੇ ਹੀ ਖਾਣਾ ਪਕਾਉਣਾ। ਚਾਚਾ ਰੁਲਦੂ, ਆਹ ਕੀਤੀ ਤੇ ਹੁਣ ਸਿਰੇ ਦੀ ਗੱਲ। ਉਹ ਹੁਣ ਅਸੀਂ ਵੀ ਚੱਲਦੇ ਆਂ। ਅਸੀਂ ਹਜੇ ਤੇਰੇ ਵਰਗੇ ਹੋਰ ਲਿਹਾਜ਼ੀਆਂ ਨੂੰ ਕਾਇਮ ਕਰਨਾ। ਤਿਆਰੀ ਖਿੱਚ ਕੇ ਰੱਖੋ ਤੁਸੀਂ। ਉਹ ਚਾਚਾ ਤੂੰ ਵੀ ਲਾ ਦੇ ਫਿਰ ਕਿਸਾਨ ਯੂਨੀਅਨ ਦਾ ਝੰਡਾ ਆਪਣੇ ਚਬਾਰੇ ਤੇ। ਉਹ ਜੱਸਿਆ, ਇਹ ਕੀ ਗੱਲ ਕਰਤੀ? ਲੈ ਆਪਣੇ ਚਬਾਰੇ ਤੇ ਥੋੜੀ, ਮੈਂ ਤਾਂ ਹੁਣ ਪੂਰੇ ਪਿੰਡ 'ਚ ਝੰਡੇ ਲਾਉਣ ਦੀ ਤਿਆਰੀ ਕਰ ਰਿਹਾ। ਚੱਲ ਠੀਕ ਆ ਚਾਚਾ, ਤਿਆਰੀ ਖਿੱਚ ਕੇ ਰੱਖੋ ਫਿਰ। ਚੰਗਾ ਚਾਚੀ, ਹੁਣ ਮੈਂ ਵੀ ਜਾ ਕੇ ਸਭਾ ਵਾਲੀ ਸੰਗਤ ਨੂੰ ਤਿਆਰ ਕਰਦੀ ਆ ਲੰਗਰ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਘਰ ਘਰ ਤੁਰੇ ਫਿਰਦੇ ਨੇ। ਆ ਕਿਤੇ ਹੁਣ ਰੁੱਦੂ ਸਿਉਣ ਤਾਂ ਕੋਈ ਪੁੱਠੀ ਪੱਟੀ ਬਣਾਉਣਾ ਹੈ। ਕਰਦਾ ਮੈਂ ਪਤਾ। ਲਾਣੇਦਾਰਾ ਘਰੇ ਹੀ ਆ। ਉਹ ਕੌਣ ਹੈ? ਧਾਲੀਵਾਲ ਸਾਹਿਬ, ਆਜੋ ਆਜੋ, ਲੰਘੇ ਆਓ। ਉਹ ਰੁਲ ਦੁਸਿਆ, ਆ ਕੀ ਚੱਲ ਚੜ ਗਿਆ ਤੈਨੂੰ? ਧਾਲੀਵਾਲ ਸਾਹਿਬ, ਝੱਲ ਨਹੀਂ ਚੜਿਆ, ਰੁਕੋ 1 ਮਿੰਟ, ਥੱਲੇ ਆ ਕੇ ਦੱਸਦਾ। ਆਓ ਬੈਠੋ ਧਾਲੀਵਾਲ ਸਾਹਿਬ, ਇੱਥੇ ਬੈਠੋ ਕੁਰਸੀ ਤੇ। ਉਹ ਕੋਈ ਨਹੀਂ ਲਾਣੇਦਾਰਾ, ਜੇ ਤੂੰ ਕੁਰਸੀ ਤੇ ਕਹਿਣਾ ਤਾਂ ਕੁਰਸੀ ਤੇ ਬਹਿ ਜੰਨੇ ਆ। ਉਹ ਤੁਹਾਡੀਆਂ ਤਾਂ ਲੜਾਈਆਂ ਹੀ ਕੁਰਸੀ ਪਿੱਛੇ ਹੁੰਦੀਆਂ ਨੇ। ਕੀ? ਉਹ ਕੁਛ ਨਹੀਂ, ਵੈਸੇ ਹੀ ਗੱਲ। ਆ ਝੰਡੇ ਝੁੰਡੇ ਬੋਲ ਆਏ ਜਾਣੇ ਨੇ ਲਾਣੇਦਾਰਾ। ਧਾਲੀਵਾਲ ਸਾਹਿਬ, ਸਰਕਾਰ ਨਾਲ ਟੱਕਰ ਲੈਣ ਦੀ ਤਿਆਰੀ ਕਰ ਰਹੇ ਆ। ਨਾ ਲਾਣੇਦਾਰਾ ਨਾ, ਇੰਜ ਨਹੀਂ ਬੋਲੀਦਾ। ਉਹ ਕੀ ਵਿਗਾੜਤਾ ਤੇਰਾ ਮੋਦੀ ਸਰਕਾਰ ਨੇ? ਧਾਲੀਵਾਲਾ, ਸਾਡਾ ਰਹਿ ਵੀ ਕੀ ਜਾਣਾ ਹੈ? ਆ ਜਿਹੜੇ 3 ਨਵੇਂ ਕਾਨੂੰਨ ਬਣਾਤੇ ਕਾਲੇ ਖੇਤੀ ਬਾਰੇ। ਉਹ ਮਹਿੰਦਰ ਕੌਰੇ, ਉਹ ਸਮਝਾ ਕੁਝ ਲਾਣੇਦਾਰ ਨੂੰ। ਆ ਦੇਖ ਲਾ ਕਿਵੇਂ ਮੋਦੀ ਸਰਕਾਰ ਖਿਲਾਫ ਬੋਲ ਰਿਹਾ। ਓਏ ਇਹ ਤਾਂ ਸਿਆਣਾ ਬਿਆਣਾ ਹੁੰਦਾ ਸੀ। ਉਹ ਧਾਲੀਵਾਲਾ ਸਹੀ ਕਹਿ ਰਿਹਾ ਲਾਣੇਦਾਰ, ਤੁਹਾਡੀ ਸਰਕਾਰ ਤਾਂ ਹੁਣ ਦੁਸ਼ਮਣ ਬਣੀ ਬੈਠੀ ਆ ਸਾਡੀ। ਆ 70 ਕਰੋੜ ਲੋਕਾਂ ਨੂੰ ਛੱਡ ਕੇ ਆਪਣੇ 2-4 ਜਣਾਂ ਨੂੰ ਖੁਸ਼ ਕਰਨ ਵਾਸਤੇ ਨਾ ਸਾਡੀ ਜ਼ਮੀਨਾਂ ਤੇ ਅੱਖ ਰੱਖੀ ਬੈਠੀ ਆ। ਹਾਂ ਮੈਨੂੰ ਪਹਿਲਾਂ ਹੀ ਪਤਾ ਸੀ। ਆ ਜਿਹੜੇ ਮੈਨੂੰ ਮੋੜ ਤੇ 2 ਛਲਾਰੂ ਜਿਹਾ ਟੱਕਰੇ ਨੇ, ਉਹ ਤੁਹਾਨੂੰ ਕੁਛ ਸੰਘਾ ਗਏ। ਉਹ ਐਵੇਂ ਨਹੀਂ ਕਿਸੇ ਦੇ ਮਗਰ ਲੱਗੀਦਾ। ਸਿਆਣੇ ਬਣੋ ਸਿਆਣੇ। ਉਹ ਧਾਲੀਵਾਲਾ, ਸਿਆਣੇ ਤਾਂ ਅਸੀਂ ਪਹਿਲਾਂ ਹੀ ਬਹੁਤ ਆ। ਕਮਲਾ ਕਰ ਦੂਗੀ ਤੁਹਾਡੀ ਸਰਕਾਰ ਸਾਨੂੰ। ਉਹ ਗੱਲ ਵੀ ਦੱਸੋਗੇ ਕਿ ਐਵੇਂ ਰੌਲਾ ਪਾਈ ਜਾਓਗੇ? ਹੋਇਆ ਕੀ ਆ? ਤੈਨੂੰ ਨਹੀਂ ਪਤਾ, ਆ ਜਿਹੜੇ ਨਵੇਂ ਕਾਨੂੰਨ ਬਣਾਏ ਨੇ, ਸਰਕਾਰ ਕਿਸਾਨਾਂ ਦੇ ਘਰ ਰੱਸਾ ਪਾਉਣ ਨੂੰ ਫਿਰਦੀ ਹੈ, ਰੱਸਾ। ਹੋਰ ਉਲਦੂ ਸਿਆ, ਉਹ 3 ਕਾਨੂੰਨ ਤਾਂ ਬਹੁਤ ਫਾਇਦੇਮੰਦ ਨੇ ਕਿਸਾਨਾਂ ਲਈ। ਹੋਏ ਹੁਣ ਸਿੱਧਾ ਅੰਬਾਨੀ ਅਡਾਨੀ ਵਰਗੇ ਤੁਹਾਡੀਆਂ ਫਸਲਾਂ ਖਰੀਦਣਗੇ, ਉਹ ਵੀ ਉੱਚ ਦਾਮ ਤੇ। ਉਹ ਤੂੰ ਜਾਣਦੇ, ਅਸੀਂ ਜਾਣਦੇ ਆ ਵੱਡੇ ਭਲੇ ਮਾਨਸਾਂ ਨੂੰ। ਤੇਲ ਦੇ ਮਾਲਕ ਉਹ ਨੇ, ਵੱਡੇ ਕਾਰਖਾਨੇ ਦੇ ਮਾਲਕ ਉਹ ਨੇ, ਫੋਨ ਉਹ ਵੇਚਦੇ ਨੇ, ਹੋਰ ਕੀ ਵੰਜ ਭਾਲਦੇ ਨੇ, ਸਾਡੀਆਂ ਜ਼ਮੀਨਾਂ ਤੇ ਅੱਖ ਰੱਖੀ ਫਿਰਦੇ ਨੇ। ਉਹ ਰੁਲਦੂ ਸਿਆ, ਇਹ ਸਭ ਅਫਵਾਹਾਂ ਨੇ। ਇਹ ਕਿਸਾਨ ਆਗੂ ਤੁਹਾਨੂੰ ਭੜਕਾਉਂਦੇ ਨੇ। ਐਵੇਂ ਦੀ ਕੋਈ ਗੱਲ ਨਹੀਂ, ਬਹੁਤ ਫਾਇਦੇ ਨੇ ਉਹਨਾਂ ਕਾਨੂੰਨਾਂ 'ਚ, ਤੁਸੀਂ ਸਮਝੋ। ਉਹ ਅਸੀਂ ਸਭ ਸਮਝ ਗਏ ਆ। ਜਿਵੇਂ ਵਿਚਾਰੇ ਯੂਪੀ ਬਿਹਾਰ ਵਾਲੇ 10-10 ਕਿੱਲਿਆਂ ਦੇ ਮਾਲਕ ਸਾਡੇ ਪੰਜਾਬ 'ਚ ਆ ਕੇ ਮਜ਼ਦੂਰੀ ਕਰਦੇ ਨੇ ਨਾ, ਉਹ ਲੱਗਦਾ ਹੁਣ ਸਾਡਾ ਵੀ ਉਹੀ ਹਾਲ ਹੋਣਾ। ਉਹ ਫਿਰ ਅਸੀਂ ਕਿੱਥੇ ਕਰਾਂਗੇ ਮਜ਼ਦੂਰੀ? ਹੋਏ ਰੁਲਦੂ ਸਿਆ, ਤੂੰ ਕਾਹਨੂੰ ਸਮਝਦਾ ਏ? ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਇਹ ਸਿਰਫ ਕਿਸਾਨ ਆਗੂ ਤੁਹਾਨੂੰ ਭੜਕਾ ਰਹੇ ਨੇ। ਇਹਨਾਂ ਦੇ ਮਗਰ ਨਾ ਲੱਗੋ ਤੁਸੀਂ। ਉਹ ਬਹੁਤ ਫਾਇਦੇ ਨੇ ਨਾ ਕਾਨੂੰਨਾਂ 'ਚ। ਕਾਨੂੰਨਾਂ ਦੇ ਫਾਇਦੇ ਨਹੀਂ ਦੱਸਦੇ ਕਿਸਾਨ ਆਗੂ ਤੁਹਾਨੂੰ। ਉਹ ਧਾਲੀਵਾਲਾ, ਐਵੇਂ ਥੁੱਕ ਨਾ ਸਿੱਟੀ ਜਾ, ਪਤਾ ਨਾ ਸਤਾ ਨਾ ਤੈਨੂੰ ਕੁਛ। ਜੇ ਤੈਨੂੰ ਜ਼ਿਆਦਾ ਹੀ ਆ ਨਾ, ਪਹਿਲਾਂ ਤੂੰ ਹੀ ਦੇ ਦੇ ਆਪਣੀ ਜ਼ਮੀਨ ਸਰਮਾਏਦਾਰਾਂ ਨੂੰ ਜਾ ਕੇ ਠੇਕੇ ਤੇ। 2 ਸਾਲ ਬਾਅਦ ਆਈ ਦੱਸੀ ਸਾਨੂੰ ਤੈਨੂੰ ਕੀ ਫਾਇਦੇ ਹੋਏ ਨੇ। ਉਹ ਕਿਉਂ ਮਹਿੰਦਰ ਕੌਰੇ ਗੁੱਸਾ ਖਾਨੀ ਆ? ਹਾਂ ਮੈਨੂੰ ਲੱਗਦਾ ਤੈਨੂੰ ਵੀ ਕੋਈ ਪੁੱਠੀ ਪੱਟੀ ਪੜਾ ਗਏ। ਉਹ ਐਵੇਂ ਨਾ ਮਗਰ ਲੱਗ ਕਿਸੇ ਦੇ। ਉਹ ਅਸੀਂ ਹੁਣ ਸਾਰਾ ਕੁਝ ਸਮਝ ਗਏ। ਉਹ ਕੱਲਾ ਕਿਸਾਨਾਂ ਨੂੰ ਨਹੀਂ, ਸਗੋਂ ਆੜਤੀਆਂ ਨੂੰ, ਦੁਕਾਨਦਾਰਾਂ ਨੂੰ, ਜ਼ਿਮੀਂਦਾਰਾਂ ਨੂੰ, ਸਾਰਿਆਂ ਨੂੰ ਖਤਮ ਕਰਨ ਨੂੰ ਫਿਰਦੀ ਐ। ਉਹ ਭਾਈ ਦੇਸ਼ ਦੀ ਸਰਕਾਰ ਆ, ਥੋੜਾ ਇੱਜ਼ਤ ਨਾਲ ਬੋਲੋ ਨਾ। ਮੇਰੇ ਕੀ ਉਹ ਲੱਗਦੇ ਨੇ ਜਿਹੜੇ ਉਹਨਾਂ ਨੂੰ ਇੱਜ਼ਤ ਨਾਲ ਬੁਲਾਵਾਂ? ਆਹ ਸਰਮਾਏਦਾਰਾਂ ਦੇ ਟੱਬਰਾਂ ਮੂਹਰੇ ਤਾਂ ਭਾਈ ਲਿਫ ਹੱਥ ਜੋੜਦਾ। ਐਂ ਪਿਆਰ ਨਾਲ ਹੱਥ ਜੋੜ ਕੇ ਨਮਸਕਾਰ ਕਰਦੇ ਨੇ। ਸਾਨੂੰ ਦਿਖਾਉਂਦੇ ਨੇ ਆਪਣੀ 56 ਇੰਚ ਦੀ ਛਾਤੀ। ਦੁਸ਼ਮਣੀ ਬਣੀ ਬੈਠੇ ਨੇ ਸਾਡੇ ਤਾਂ ਉਹ। ਗੱਲ ਸੁਣ ਲਓ ਮੇਰੀ। 125 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਨੇ ਤਾਂ ਦੇਸ਼ ਦੀ ਸਰਕਾਰ ਬਣੀ ਆ। ਐਨੀ ਬਣ ਗਈ। ਨਾਲੇ ਇੱਕ ਗੱਲ ਹੋਰ, ਆ ਚਾਚੇ ਰੁਲਦੂ ਸਿਆਂ ਦੇ ਘਰੇ ਕੀ ਰੌਲਾ ਪਈ ਜਾਂਦਾ ਓਏ? ਓਏ ਹਾਂ, ਆਪਾਂ ਪਹਿਲਾਂ ਚਾਚੇ ਰੁਲਦੂ ਘਰੇ ਚੱਲਦੇ ਆਂ। ਐਵੇਂ ਕਿਵੇਂ ਨਹੀਂ ਇੱਜ਼ਤ ਦਿੰਦੇ ਤੁਸੀਂ? ਆ ਨਾਲੇ ਜਿਹੜੇ ਕੰਮ ਨੂੰ ਤੁਰੇ ਆਉਣਾ, ਆ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਇਕੱਠ ਕਰ ਲਓ, ਇਹ ਕਾਨੂੰਨੀ ਰੱਦ ਹੋਣੇ।
ਆਵਾਜ਼ ਨੀਚੇ ਕਰੋ ਧਾਲੀ ਵਾਲਾ। ਉਹ ਸਾਨੂੰ ਪਤਾ 125 ਕਰੋੜ ਵੋਟਾਂ ਨੂੰ ਕਿਵੇਂ ਮਿਲੀਆਂ ਨੇ। ਉਹ ਹੁਣ ਤੱਕ ਤਾਂ ਸੁਣਾਉਂਦਾ ਰਿਹਾ ਉਹ ਸਭ ਨੂੰ ਮਨ ਕੀ ਬਾਤ, ਤੇ ਸੁਣੀ ਉਹਨੇ ਇੱਕ ਦੀ ਵੀ ਨਹੀਂ। ਆ ਦਿੱਲੀ ਹੁਣ ਉਹਦੀ ਇੱਕ ਤੇ ਜਾ ਕੇ ਬੈਠਾਂਗੇ। ਹੋ ਟਕੇ ਰਹੋ। ਉਹ ਪਤਾ ਮੈਨੂੰ ਤੁਹਾਡਾ ਵੀ ਕਿੰਨੇ ਕੁ ਪਾਣੀ ਚੋਂ ਤੁਸੀਂ, ਉਹ ਤੁਸੀਂ ਵੀ ਸਿਰਫ ਗੀਤ ਸੁਣ ਕੇ ਲਲਕਾਰੇ ਮਾਰਨ ਜੋਗੇ ਹੋ। ਉਹ ਪਤਾ ਵੀ ਆ ਕਿੰਨਾ ਔਖਾ ਦਿੱਲੀ ਜਾ ਕੇ ਦਿੱਲੀ ਨਾਲ ਟੱਕਰ ਲੈਣਾ। ਉਹ ਟੱਕਰ ਲਾਣੀ ਕੀ, ਟੱਕਰ ਤਾਂ ਲਾਲੀ ਸਮਝ। ਜਾਂ ਦਾਦੇ ਜਾ ਕੇ ਆਪਣੇ ਮੋਦੀ ਨੂੰ ਆ ਗਏ ਪੰਜਾਬ ਤੋਂ, ਉਹਦੇ ਕੁਝ ਲੱਗਦੇ ਦਿੱਲੀ ਦਾ ਤਖਤ ਹਿਲਾ ਕੇ ਰੱਖ ਦਾਂਗੇ ਤਖਤ। ਆ ਗਾਉਣ ਵਾਲਿਆਂ ਬਾਰੇ ਗੱਲ ਨਾ ਕਰੀ ਓਏ। ਆ ਜਸ ਬਾਜਵਾ, ਰਣਜੀਤ ਬਾਵਾ, ਕਨਵਰ ਗਰੇਵਾਲ, ਹੋਰ ਪਤਾ ਨਹੀਂ ਕਿੰਨੇ ਸਿੰਗਰ ਨੇ ਕਿਸਾਨਾਂ ਨਾਲ ਮੂਰੇ ਹੋ ਕੇ ਖੜੇ ਨੇ ਮੂਰੇ। ਓਏ ਕਾਚ ਰਹਿ ਕੇ ਗੱਲ ਕਰੋ। ਕਾਚ ਹੈਗੀ ਆ ਤੁਹਾਡੀ ਔਕਾਤ ਦਿੱਲੀ ਦਾ ਤਖਤ ਲਾਉਣ ਜੋਗੀ। ਗੱਲ ਸੁਣ ਓਏ ਤਾਲੀ ਵਾਲਾ, ਜੇ ਅਸੀਂ ਤਖਤ ਤੇ ਬਿਠਾਣਾ ਜਾਣਦੇ ਆ ਨਾ ਤੇ ਸਾਨੂੰ ਤਖਤ ਤੋਂ ਲਾਣਾ ਵੀ ਆਂਦਾ ਹੈ। ਪਹਿਲਾਂ ਤਾਂ ਮੈਂ ਕਰਦਾ ਪੰਚਾਇਤ ਇਕੱਠੀ, ਤੇਰਾ ਕਰਦੇ ਆ ਬਾਈਕਾਟ। ਤੇਰੇ ਵਰਗੇ ਲੀਡਰਾਂ ਦੀ ਇੱਥੇ ਹੁਣ ਕੋਈ ਲੋੜ ਨਹੀਂ। ਆਹੋ ਪਹਿਲਾਂ ਤਾਂ ਇਹਦੇ ਚੋਂ ਕੱਢੋ ਮੋਦੀ, ਉਰੇ ਆ ਕੇ ਕਰਦਾ ਉਹਦੀ ਵਕਾਲਤ। ਬੰਦੇ ਦਾ ਪੁੱਤ ਬਣਦਾ ਧਾਲੀ ਵਾਲਾ ਕਿ ਬੰਨੀਏ ਤੈਨੂੰ ਇੱਥੇ ਸੱਤ ਵਾਲੇ ਪੀਪਲ ਨਾਲ। ਉਹ ਗੱਲ ਸੁਣ ਢਾਲੀ ਵਾਲਾ, ਉਹ ਤੈਥੋਂ ਮੇਰੀ ਦਿਹਾੜੀ ਦੇ ਤਾਂ ਪੈਸੇ ਨਹੀਂ ਦਿੱਤੇ ਜਾਂਦੇ। ਉਹ ਬਣਿਆ ਫਿਰਦਾ ਵੱਡਾ ਤੂੰ ਅੰਬਾਨੀ, ਆ ਮੇਰੇ ਤੋਂ ਨਹੀਂ ਹੁੰਦੀ ਤੇਰੀ ਦਿਹਾੜੀ ਦਿਉੜੀ। ਜਾਂ ਲੱਭ ਲੈ ਆਪਣੇ ਲਈ ਕੋਈ ਨਵਾਂ ਦਿਹਾੜੀਦਾਰ। ਵਾਹ ਬਈ ਬਾਬੂ ਟਾਸਿਆਂ। ਉਹ ਨਾਲੇ ਦੂਜੀ ਗੱਲ ਸੁਣ ਓਏ, ਉਹ ਕਿਸਾਨਾਂ ਦੇ ਸਿਰ ਤੇ ਤਾਂ ਸਾਡੇ ਘਰ ਚੱਲਦੇ ਨੇ। ਜੇ ਉਹਨਾਂ ਕੋਲ ਜ਼ਮੀਨ ਹੀ ਨਾ ਰਹੀ, ਓਏ ਅਸੀਂ ਕਿੱਥੇ ਜਾਵਾਂਗੇ। ਤਾਲੀ ਵਾਲਾ, ਉਹ ਸੀਰੀ ਤੇ ਜ਼ਿਮੀਦਾਰ ਦਾ ਤਾਂ 9 ਮਾਸ ਦਾ ਰਿਸ਼ਤਾ ਹੁੰਦਾ, 9 ਮਾਸ ਦਾ। ਓਏ ਹੁਣ ਤਾਂ ਇਹ ਵੀ ਸਾਡੇ ਨਾਲ ਚੱਲਣ ਨੂੰ ਤਿਆਰ ਆ। ਉਹ ਗੱਲ ਸੁਣੋ ਬਾਈ, ਇਹ ਰਹੀ ਗੱਲ ਦਿੱਲੀ ਜਾਣ ਦੀ, ਤੇ ਸਭ ਤੋਂ ਪਹਿਲੀ ਮੈਂ ਚੱਲੂ ਤੁਹਾਡੇ ਨਾਲ। ਹਲੋ ਜੀ, ਫੌਜੀ ਸਾਹਿਬ ਤੇ ਡਾਕਟਰ ਦਰਸ਼ਨਪਾਲ ਵੀ ਆ ਹੀ ਗਏ। ਆ ਰੁੱਦੂ ਸਿੰਘ ਕਿਵੇਂ ਕੱਟ ਕਰੇ ਖੜੇ ਹੋ? ਬਸ ਫੌਜੀ ਸਾਹਿਬ ਦਿੱਲੀ ਜਾਣ ਦੀ ਤਿਆਰੀ ਖਿੱਚੀ ਹੋਈ ਏ। ਆ ਮੈਂ ਵੀ ਅੰਬਾਨੀ ਦੀ ਰਿਲਾਇੰਸ ਕੰਪਨੀ 'ਚ ਕੰਮ ਕਰਦਾ ਸੀ। ਜਦੋਂ ਮੈਨੂੰ ਨਾ 3 ਕਾਲੇ ਕਾਨੂੰਨਾਂ ਬਾਰੇ ਪਤਾ ਲੱਗਾ ਤਾਂ ਮੈਂ ਨੌਕਰੀ ਛੱਡ ਕੇ ਆ ਗਿਆ। ਵਾਹ ਜੀ ਵਾਹ। ਆ ਦਿੱਲੀ ਤਾਂ ਮੈਥੋਂ ਜਾ ਨਹੀਂ ਹੋਣਾ। ਤੁਸੀਂ ਮੈਨੂੰ ਕੋਈ ਪਿੰਡ 'ਚ ਹੀ ਸੇਵਾ ਦੱਸੋ। ਫੌਜੀ ਸਾਹਿਬ ਤੁਸੀਂ ਫਸਲਾਂ ਦੀ ਸਾਂਭ ਸੰਭਾਲ ਕਰਨੀ ਏ। ਫਸਲਾਂ ਦੀ ਜ਼ਿੰਮੇਵਾਰੀ ਤਾਂ ਮੇਰੀ, ਨਾਲੇ ਪਿੰਡ ਦੇ ਬੱਚੇ ਬਜ਼ੁਰਗਾਂ ਦੀ ਵੀ। ਤੁਸੀਂ ਦਿੱਲੀ ਨੂੰ ਕੂਚ ਕਰੋ। ਉਹ ਬਈ ਨੌਜਵਾਨੋ, ਹੁਣ ਮੈਨੂੰ ਵੀ ਦਿਓ ਕੋਈ ਮੌਕਾ ਸੇਵਾ ਦਾ। ਦੇਖੋ ਆਪਾਂ ਤਾਂ ਮਰੀਜ਼ ਹੀ ਚੈੱਕ ਕਰਨੇ ਨੇ, ਚਾਹੇ ਦਿੱਲੀ ਹੋਵੇ ਚਾਹੇ ਪਿੰਡ ਹੋਵੇ। ਜੇ ਤੁਸੀਂ ਕਹੋ ਮੈਂ ਵੀ ਟਰਾਲੀ 'ਚ ਸਜਾਣਾ ਆਪਦੀ ਡਿਸਪੈਂਸਰੀ ਤੇ ਲਗਾ ਦਿਆਂ ਜਾ ਕੇ ਦਿੱਲੀ ਦੇ ਬਾਰਡਰ ਤੇ। ਉਹ ਡਾਕਟਰ ਦਰਸ਼ਨਪਾਲ ਜੀ, ਤੁਸੀਂ ਪਿੰਡ 'ਚ ਹੀ ਸੇਵਾ ਨਿਭਾਓ। ਆਪਾਂ ਪਿੰਡ ਦੇ ਬੱਚੇ, ਨੌਜਵਾਨ, ਬੁੱਢੇ ਸਭ ਦੇਖਣੇ ਹੁੰਦੇ ਆ। ਹੁਣ ਤੁਸੀਂ ਅੱਗੇ ਲੱਗੇ ਹੋ, ਤੁਹਾਡਾ ਜੋ ਹੁਕਮ ਹੈ ਆਪਾਂ ਨੂੰ ਮਨਜ਼ੂਰ ਹੈ। ਤੇ ਚਲੋ ਇਹਦੇ ਨਾਲ ਹੀ ਮੈਂ ਪਿੰਡ 'ਚ ਹੀ ਦੇਖਭਾਲ ਕਰਾਂਗਾ ਸਾਰੇ ਪਿੰਡ ਦੇ ਮਰੀਜ਼ਾਂ ਦੀ। ਤੇ ਰਹੀ ਗੱਲ, ਮੈਂ ਸਾਰੇ ਪਿੰਡ ਦੇ ਮਰੀਜ਼ਾਂ ਦੀ ਜਿੰਨਾ ਚਿਰ ਕਿਸਾਨ ਸੰਘਰਸ਼ ਚੱਲੂਗਾ ਮੈਂ ਉਹਨਾਂ ਦੀ ਮੁਫਤ ਇਲਾਜ ਕਰੂੰਗਾ। ਤਾਲੀ ਵਾਲਾ, ਓਏ ਸਾਰਾ ਪਿੰਡ ਇੱਕ ਹੋ ਗਿਆ, ਤੂੰ ਕੱਲਾ ਰਹਿ ਗਿਆ। ਓਏ ਤੇਰੇ ਵਰਗੇ ਲੀਡਰਾਂ ਦੀ ਹੁਣ ਇੱਥੇ ਕੋਈ ਲੋੜ ਨਹੀਂ। ਓਏ ਹੁਣ ਤਾਂ ਕਿਸਾਨ ਹੀ ਲੀਡਰ ਬਣਨਗੇ। ਉਹ ਪੁੱਤਰੋ ਮੈਨੂੰ ਮਾਫ ਕਰ ਦਿਓ, ਮੈਂ ਹਾਰ ਗਿਆ ਤੁਹਾਡੇ ਪਿੰਡ ਦੇ ਏਕੇ ਸਾਹਮਣੇ। ਉਹ ਮੈਨੂੰ ਤਾਂ ਜਿਵੇਂ ਉੱਪਰੋਂ ਰਾਜਨੀਤੀ ਪੜਾਈ ਗਈ, ਮੈਂ ਉਹੀ ਆ ਕੇ ਤੁਹਾਡੇ ਮੂਹਰੇ ਬੋਲਤਾ। ਉਹ ਜਿਵੇਂ ਹੁਣ ਤੁਸੀਂ ਹੁਕਮ ਲਾਓਗੇ ਮੈਨੂੰ ਆਵੇਂ ਮਜ਼ਦੂਰ ਹੋਊਗਾ। ਹੁਣ ਨਾਲੇ ਮੈਂ ਤਾਂ ਭੁੱਲ ਹੀ ਗਿਆ ਸੀ ਵੀ ਮੈਂ ਵੀ ਕਿਸਾਨ ਦਾ ਪੁੱਤਾਂ। ਮੇਰੇ ਬਾਪੂ ਨੇ ਵੀ ਖੇਤੀ ਉਹ ਕਰੀ ਆ। ਉਹ ਮੈਂ ਤਾਂ ਰਾਜਨੀਤੀ ਦੇ ਪਿੱਛੇ ਲੱਗ ਗਿਆ ਸੀ। ਹੁਣ ਤੁਸੀਂ ਜਿਵੇਂ ਕਹੋਗੇ ਉਵੇਂ ਮੈਂ ਕਰੂੰਗਾ। ਮੈਂ ਖੁਦ ਤੁਹਾਡੇ ਨਾਲ ਦਿੱਲੀ ਚੱਲੂੰਗਾ। ਮੈਨੂੰ ਬਸ ਮਾਫ ਕਰ ਦਿਓ। ਹੁਣ ਤੁਸੀਂ ਅੱਗੇ ਲੱਗੇ ਹੋ, ਬੁੱਢੇ ਬਜ਼ੁਰਗ ਪਿੰਡ ਦੇ ਸਭ ਨੌਜਵਾਨ ਤੁਹਾਡੇ ਪਿੱਛੇ ਲੱਗੇ ਨੇ। ਤੇ ਆਓ ਆਪਾਂ ਇਸ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਹੁਣ ਇਕੱਠੇ ਹੋ ਕੇ ਪਿੰਡ ਦੀ ਗਲੀ ਗਲੀ 'ਚ ਦਈਏ ਹੋਕਾ ਕਿ ਨਿੱਤ ਆਪਣੇ ਪਿੰਡ 'ਚੋਂ ਇੱਕ ਟਰਾਲੀ ਭਰ ਕੇ ਜਾਵੇ। ਲੋਕਾਂ ਨੂੰ ਪਤਾ ਲੱਗ ਜੇ ਕਿ ਬਿਸ਼ਨਪੁਰਾ ਪਿੰਡ ਵੀ ਕੋਈ ਵੱਸਦਾ ਹੈਗਾ ਦੁਨੀਆ ਤੇ। ਆਓ ਚੱਲੀਏ, ਦਈਏ ਗਲੀ ਗਲੀ ਦੇ ਵਿੱਚ ਹੋਕਾ। ਸੁਣੀ ਕਦੇ ਨਾ ਕਿਸੇ ਅਪੀਲ ਦਲੀਲ ਸਾਡੀ, ਬੋਲੀ ਹੁਣ ਸਰਕਾਰਾਂ ਦੀ ਅਖਬਾਰਾਂ ਬੋਲਦੀਆਂ। ਜਦੋਂ ਤੱਕ ਤੇ ਬੈਠਾ ਹਾਕਮ ਬੋਲਾ ਹੋ ਜਾਵੇ, ਫਿਰ ਲੋਕ ਨਾ ਬੋਲਣ, ਹੱਥ ਫੜੀਆਂ ਤਲਵਾਰਾਂ ਬੋਲਦੀਆਂ। ਜਦੋਂ ਤੱਕ ਤੇ ਬੈਠਾ ਹਾਕਮ ਬੋਲਾ ਹੋ ਜਾਵੇ, ਫਿਰ ਲੋਕ ਨਾ ਬੋਲਣ, ਹੱਥ ਫੜੀਆਂ ਤਲਵਾਰਾਂ ਬੋਲਦੀਆਂ। ਨੌਕਰੀਆਂ ਲਈ ਮੰਤਰੀਆਂ ਦੇ ਚੈੱਕ ਜ਼ਰੂਰੀ ਨੇ, ਡਿਗਰੀ ਨਾ ਹੁਣ ਚੱਲੇ